ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਗਰਲਸ, ਆਈ ਹੋਪ ਤੁਸੀਂ ਪਿਛਲੇ ਆਪਣੇ ਟੌਪਿਕਸ ਕੰਪਲੀਟ ਕਰ ਲਏ ਹੋਣਗੇ। ਇੱਕ ਤਾਂ ਆਕਸੀਡੇਟਿਵ ਫਾਸਫੋਰਾਈਲੇਸ਼ਨ ਸੀ ਐਂਡ ਸੈਕਿੰਡ ਵਨ ਵਾਜ਼ ਰਿਡੌਕਸ ਪੋਟੈਂਸ਼ੀਅਲ ਐਂਡ ਨੈਕਸਟ ਵਨ ਇਜ਼ ਪੈਂਟੋਜ਼ ਫਾਸਫੇਟ ਪਾਥਵੇ। ਪੈਂਟੋਜ਼ ਫਾਸਫੇਟ ਪਾਥਵੇ ਨੂੰ ਆਪਾਂ HMV ਸ਼ੰਟ ਵੀ ਕਹਿੰਦੇ ਹਾਂ ਜਾਂ ਇਹਨੂੰ ਫਾਸਫੋਗਲੂਕੋਨੇਟ ਪਾਥਵੇ ਵੀ ਕਹਿੰਦੇ ਹਾਂ। ਠੀਕ ਹੈ ਜੀ। ਇਟਸ ਐਨ ਆਲਟਰਨੇਟਿਵ ਰੂਟ ਗਲੂਕੋਜ਼ ਨੂੰ ਮੈਟਾਬੋਲਾਈਜ਼ ਕਰਨ ਦਾ ਇੱਕ ਆਲਟਰਨੇਟਿਵ ਰੂਟ ਹੈ। ਥੋੜ੍ਹਾ ਜਿਹਾ ਕੰਪਲੈਕਸ ਹੈ ਗਲਾਈਕੋਲਿਸਿਸ ਨਾਲੋਂ ਐਂਡ ਸਿੰਥੈਟਿਕ ਰੂਟ ਹੈ, ਯਾਨੀ ਕਿ ਐਨਾਬੋਲਿਜ਼ਮ ਹੁੰਦਾ। ਕਿੱਥੇ ਹੁੰਦਾ? ਸਾਈਟੋਜ਼ੋਲ 'ਚ। ਕਿਹੜੇ ਟਿਸ਼ੂਜ਼ 'ਚ ਹੁੰਦਾ? ਲਿਵਰ ਦੇ, ਐਡੀਪੋਜ਼ ਦੇ, ਐਡਰੀਨਲ ਗਲੈਂਡ ਦੇ, ਐਰੀਥਰੋਸਾਈਟਸ 'ਚ ਐਂਡ ਅਨਦਰ ਟਿਸ਼ੂਜ਼, ਰਾਈਟ। ਐਂਡ ਮੇਨਲੀ ਇਹਦੇ 'ਚ ਦੋ ਚੀਜ਼ਾਂ ਬਣਦੀਆਂ ਨੇ, ਇੱਕ ਤਾਂ NADPH, ਦੂਸਰਾ ਪੈਂਟੋਜ਼ਸ। ਠੀਕ ਹੈ। NADH ਬਣਦਾ ਸੀ ਗਲਾਈਕੋਲਿਸਿਸ 'ਚ, ਇਹਦੇ 'ਚ ਕੀ ਬਣਦਾ? NADPH। ਤਾਂ ਪਹਿਲੀ ਚੀਜ਼ ਹੈਕਸੋਜ਼ ਮੋਨੋ ਫਾਸਫੇਟ ਪਾਥਵੇ, HMP ਸ਼ੰਟ ਵੀ ਕਹਿੰਦੇ ਆ ਐਂਡ ਫਾਸਫੋਗਲੂਕੋਨੇਟ ਪਾਥਵੇ ਵੀ ਕਹਿੰਦੇ ਆ, ਪੈਂਟੋਜ਼ ਫਾਸਫੇਟ ਪਾਥਵੇ ਵੀ ਕਹਿੰਦੇ ਆ। ਸੋ ਪਲੀਜ਼ do not confuse the name, do remember the alternative names for this. Biological importance ਕੀ ਹੈ? ਤਾਂ ਦੋ ਚੀਜ਼ਾਂ ਬਣੀਆਂ। ਨੰਬਰ 1 was NADPH, another one are the pentoses. So first one, it is importance for NADPH. So NADPH, from it we can synthesize, or with the help of NADPH we can synthesize various type of amino acids. It also help in biosynthesis of fatty acids and steroids, and it keeps the glutathione of RBCs in reduced state. RBC red blood cells ਦੀ ਮੈਂਬਰੇਨ ਦੇ ਸਰਫੇਸ 'ਤੇ ਗਲੂਟਾਥਾਇਓਨ ਪ੍ਰੈਜ਼ੈਂਟ ਹੁੰਦਾ, ਜਿਹਨੂੰ ਰਿਡਿਊਸਡ ਸਟੇਟ 'ਚ ਕੌਣ ਰੱਖਦਾ? NADPH। ਨੈਕਸਟ NADPH ਹੀਮੋਗਲੋਬਿਨ ਦਾ ਜਿਹੜਾ ਆਇਰਨ ਹੈ ਉਹਨੂੰ ਵੀ ਰਿਡਿਊਸਡ ਸਟੇਟ 'ਚ ਰੱਖਦਾ, ਫੈਗੋਸਾਈਟਸਿਸ ਦੇ ਪ੍ਰੋਸੈਸ 'ਚ ਹੈਲਪ ਕਰਦਾ ਐਂਡ ਡਰੱਗਸ ਦੀ ਡੀਟੌਕਸੀਫਿਕੇਸ਼ਨ 'ਚ ਹੈਲਪ ਕਰਦਾ। ਨੈਕਸਟ ਵਨ ਇਜ਼ ਇੰਪੋਰਟੈਂਸ ਫॉर ਦੀ ਪੈਂਟੋਜ਼ਸ। ਪੈਂਟੋਜ਼ਸ 'ਚ ਕੀ ਹੈ ਜੀ? ਪੈਂਟੋਜ਼ਸ ਦੇ that is used for synthesis of nucleic acids. ਨਿਊਕਲਿਕ ਐਸਿਡ 'ਚ ਰਾਈਬੋਜ਼, ਨਿਊਕਲਿਕ ਐਸਿਡ ਦੇ 3 ਕੰਪੋਨੈਂਟ ਹੁੰਦੇ, ਇੱਕ ਫਾਸਫੈਰਿਕ ਗਰੁੱਪ, another one is sugars, and sugar ਦਾ ਕਿਹੜਾ ਹੁੰਦਾ? ਡੀਆਕਸੀਰਾਈਬੋਜ਼ ਜਾਂ ਰਾਈਬੋਜ਼। ਸੋ ਇਹ ਪੈਂਟੋਜ਼ਸ ਨੇ, these are used in synthesis of DNA and RNA. ਐਂਡ ਜਿਹੜਾ 5 ਕਾਰਬਨ ਪਾਥਵੇ ਹੈ ਉਹਦੀ ਸਿੰਥੇਸਿਸ ਦੇ ਲਈ this is produced by which? HMP shunt. ਇਸ ਤੋਂ ਬਿਨਾਂ ਜਿਹੜਾ ਇਹ ਪੈਂਟੋਜ਼ ਸ਼ੂਗਰ ਪਾਥਵੇ ਹੈ ਇਹ ਕਾਰਬੋਹਾਈਡਰੇਟਸ ਪ੍ਰੋਡਿਊਸ ਕਰਨ 'ਚ ਵੀ ਹੈਲਪ ਕਰਦਾ ਹੈ। ਉਹ ਕਾਰਬੋਹਾਈਡਰੇਟਸ ਕਿੱਥੇ ਯੂਜ਼ ਹੁੰਦੇ ਨੇ? ਸੈੱਲ ਵਾਲ ਸਿੰਥੇਸਿਸ 'ਚ। ਨੈਕਸਟ, ਇਸ ਪਾਥਵੇ ਦੇ ਦੋ ਹਿੱਸੇ ਨੇ, ਵਨ ਇਜ਼ ਆਕਸੀਡੇਟਿਵ, ਅਨਦਰ ਵਨ ਇਜ਼ ਨੋਨ ਆਕਸੀਡੇਟਿਵ। ਤਾਂ ਸਭ ਤੋਂ ਪਹਿਲਾਂ ਗਲੂਕੋਜ਼ 6 ਫਾਸਫੇਟ ਨੂੰ ਐਨਜ਼ਾਈਮ ਹੈ ਗਲੂਕੋਜ਼ 6 ਫਾਸਫੇਟ ਡੀਹਾਈਡਰੋਜਨੇਜ਼, ਜਿਹੜੀ NADP ਨੂੰ ਕਨਵਰਟ ਕਰੇਗੀ NADPH 'ਚ, ਐਂਡ ਗਲੂਕੋਜ਼ 6 ਫਾਸਫੇਟ ਕਾਹਦੇ 'ਚ ਕਨਵਰਟ ਹੋ ਜਾਏਗਾ? 6 ਫਾਸਫੋਗਲੂਕੋਨੇਟ 'ਚ, 6 ਫਾਸਫੋਗਲੂਕੋਨੋਲੈਕਟੋਨ 'ਚ। 6 ਫਾਸਫੋਗਲੂਕੋਨੋਲੈਕਟੋਨ ਫਰਦਰ ਹਾਈਡਰੋਲਾਈਜ਼ ਹੋ ਕੇ ਕਾਹਦੇ 'ਚ ਕਨਵਰਟ ਹੋਏਗਾ? 6 ਫਾਸਫੋਗਲੂਕੋਨੇਟ। ਐਂਡ 6 ਫਾਸਫੋਗਲੂਕੋਨੇਟ 'ਚੋਂ ਇੱਕ ਕਾਰਬਨ ਡਾਈਆਕਸਾਈਡ ਰਿਮੂਵ ਹੋਏਗੀ, ਰਾਈਬੋਲੋਜ਼ 5 ਫਾਸਫੇਟ 'ਚ ਇਹਨੂੰ ਕਨਵਰਟ ਕਰ ਦੇਗੀ। ਸੋ ਸਭ ਤੋਂ ਪਹਿਲਾਂ ਕੀ ਸੀ? ਗਲੂਕੋਜ਼ 6 ਫਾਸਫੇਟ, ਰਾਈਟ। ਗਲੂਕੋਜ਼ 6 ਫਾਸਫੇਟ ਨੂੰ ਐਨਜ਼ਾਈਮ ਗਲੂਕੋਜ਼ 6 ਫਾਸਫੋਡੀਹਾਈਡਰੋਜਨੇਜ਼ ਨੇ ਕਨਵਰਟ ਕਰਤਾ ਕਾਹਦੇ 'ਚ? 6 ਫਾਸਫੋਗਲੂਕੋਨੋਲੈਕਟੋਨ। 6 ਮੀਨਵਾਈਲ ਆਪਣੇ ਕੋਲ ਇੱਕ ਦੇਖੋ ਟੋਟਲ ਰਿਐਕਸ਼ਨ ਲਈ ਇਹਨਾਂ ਨੇ ਲਿਖੇ ਹੋਏ ਆ 6। ਠੀਕ ਹੈ। ਤਾਂ ਫੁੱਲ ਔਨ, ਕਿਉਂਕਿ ਜਿਹੜਾ ਗਲੂਕੋਜ਼ 6 ਫਾਸਫੇਟ ਕੰਪਾਊਂਡ ਹੈ ਇਹਦੇ 6 ਮੋਲੀਕਿਊਲਸ ਇਨਵੋਲਵਡ ਹੁੰਦੇ ਆ, ਤਾਂ ਕਰਕੇ ਇੱਥੇ ਲਿਖਿਆ ਹੋਇਆ 6 NADP ਪੋਜ਼ੀਟਿਵ ਇਜ਼ ਕਨਵਰਟਡ ਟੂ 6 NADPH ਪੋਜ਼ੀਟਿਵ ਪਲੱਸ H ਪੋਜ਼ੀਟਿਵ। ਤਾਂ ਜੇ ਤੁਸੀਂ ਸਿੰਗਲ ਲਈ ਕਰ ਰਹੇ ਹੋ ਤਾਂ ਇਟ ਵੁੱਡ ਬੀ ਜਸਟ 1। ਠੀਕ ਹੈ। ਹੁਣ 6 ਫਾਸਫੋਗਲੂਕੋਨੋਲੈਕਟੋਨ ਨੂੰ ਹਾਈਡਰੋਲੇਜ਼ ਐਨਜ਼ਾਈਮ ਕਾਹਦੇ 'ਚ ਕਨਵਰਟ ਕਰਦੀ ਹੈ? 6 ਫਾਸਫੋਗਲੂਕਾਨੇਟ, ਐਂਡ ਫਾਈਨਲੀ ਉਹ ਕਨਵਰਟ ਹੋ ਜਾਂਦਾ ਰਾਈਬੋਲੋਜ਼ 5 ਫਾਸਫੇਟ, ਐਂਡ ਸਾਰੇ ਦੇ ਸਾਰੇ 6 ਕਾਰਬਨ ਕੰਪਾਊਂਡ ਹੈ।
ਆਪਾਂ 6 ਕਾਰਬਨ ਕੰਪਾਊਂਡ ਨੂੰ ਫਾਈਨਲੀ ਕਾਹਦੇ 'ਚ ਕਨਵਰਟ ਕਰਾਂਗੇ 5 ਕਾਰਬਨ ਕੰਪਾਊਂਡ, ਮਤਲਬ ਇੱਕ ਕਾਰਬਨ ਡਾਈਆਕਸਾਈਡ ਆਪਾਂ ਰਿਮੂਵ ਕਰਨੀ ਹੈ। ਠੀਕ ਹੈ ਜੀ। ਨੈਕਸਟ ਆ ਗਿਆ ਨॉन ऑक्सीडेटिव फेज। नॉन ऑक्सीडेटिव मीन यू डू नॉट नीड ऑक्सीजन। ਤਾਂ ਪਹਿਲਾ ਸਟੈਪ ਰਾਈਬੋਲੋਜ਼ 5 ਫਾਸਫੇਟ ਕਨਵਰਟ ਹੁੰਦਾ ਕਾਹਦੇ 'ਚ ਜ਼ਾਈਲੂਲੋਜ਼ 5 ਫਾਸਫੇਟ। ਇੰਜ਼ਾਈਮ ਕਿਹੜੀ ਹੈ ਐਪੀਮਰੇਜ਼। ਰਾਈਬੋਲੋਜ਼ 5 ਫਾਸਫੇਟ ਨੂੰ ਕੀਟੋ ਆਈਸੋਮਰੇਜ਼ ਕਾਹਦੇ 'ਚ ਕਨਵਰਟ ਕਰਦੀ ਹੈ ਰਾਈਬੋਜ਼ 5 ਫਾਸਫੇਟ। ਠੀਕ ਹੈ। ਆ ਵੀ 5 ਕਾਰਬਨ ਕੰਪਾਊਂਡ ਹੈ, ਆ ਵੀ 5 ਕਾਰਬਨ ਕੰਪਾਊਂਡ ਹੈ। ਠੀਕ ਹੈ ਜੀ ਦੋਨੋਂ। ਤਾਂ 5 ਕਾਰਬਨ ਕੰਪਾਊਂਡ, ਟੋਟਲ ਕਾਰਬਨ ਕਿੰਨੇ ਹੋ ਗਏ 10 ਕਾਰਬਨ। ਇਹਨਾਂ 'ਤੇ ਇੰਜ਼ਾਈਮ ਐਕਟ ਕਰਦੀ ਹੈ ਟਰਾਂਸਕੀਟੋਲੇਜ਼, ਜਿਹੜਾ ਕਿ ਇਹਨੂੰ ਕਨਵਰਟ ਕਰ ਦਿੰਦੀ ਹੈ ਜ਼ਾਈਲੂਲੋਜ਼ 5 ਫਾਸਫੇਟ ਐਂਡ ਜਿਹੜੀ ਕਿ ਇਹਨਾਂ ਨੂੰ ਕਨਵਰਟ ਕਰ ਦਿੰਦੀ ਹੈ ਇਨਟੂ ਗਲਿਸਰਲ ਐਲਡੀਹਾਈਡ 3 ਫਾਸਫੇਟ ਐਂਡ ਸੀਡੋਹੈਪਟੂਲੋਜ਼ 7 ਫਾਸਫੇਟ। ਸਭ ਤੋਂ ਪਹਿਲਾਂ ਰਾਈਬੋਲੋਜ਼ 5 ਫਾਸਫੇਟ ਕਨਵਰਟ ਹੋਇਆ ਜ਼ਾਈਲੂਲੋਜ਼ 5 ਫਾਸਫੇਟ 'ਚ। ਜ਼ਾਈਲੂਲੋਜ਼ 5 ਫਾਸਫੇਟ ਇੱਕ ਪ੍ਰੋਡਕਟ ਬਣ ਗਿਆ। ਹੁਣ ਰਾਈਬੋਲੋਜ਼ 5 ਫਾਸਫੇਟ ਤੇ ਕੀਟੋ ਆਈਸੋਮਰੇਜ਼ ਉਹਨੂੰ ਕਨਵਰਟ ਕਰ ਦਿੰਦੀ ਹੈ ਰਾਈਬੋਜ਼ 5 ਫਾਸਫੇਟ 'ਚ। ਹੁਣ ਕੀ ਹੈ ਜ਼ਾਈਲੂਲੋਜ਼ 5 ਫਾਸਫੇਟ ਤੇ ਰਾਈਬੋਜ਼ 5 ਫਾਸਫੇਟ ਤੇ ਇੰਜ਼ਾਈਮ ਟਰਾਂਸਕੀਟੋਲੇਜ਼ ਐਕਟ ਕਰਦੀ ਹੈ ਤਾਂ ਇੱਕ 7 ਕਾਰਬਨ ਕੰਪਾਊਂਡ ਸੀਡੋਹੈਪਟੂਲੋਜ਼ 7 ਫਾਸਫੇਟ ਤੇ ਇੱਕ 3 ਕਾਰਬਨ ਕੰਪਾਊਂਡ ਗਲਿਸਰਲ ਐਲਡੀਹਾਈਡ 3 ਫਾਸਫੇਟ ਦੋਨੋਂ ਫਾਰਮ ਹੋ ਜਾਂਦੇ ਆ। ਠੀਕ ਹੈ ਜੀ। ਐਂਡ ਜਿਹੜੀ ਟਰਾਂਸਕੀਟੋਲੇਜ਼ ਇੰਜ਼ਾਈਮ ਹੈ ਇਹਨੂੰ ਅਲੋਂਗ 'ਚ ਇੱਕ ਕੋ ਇੰਜ਼ਾਈਮ ਨੀਡਡ ਹੁੰਦੀ ਹੈ ਐਂਡ ਦੈਟਸ ਅ ਥਾਇਮੀਨ ਪਾਇਰੋਫਾਸਫੇਟ ਪਲੱਸ ਮੈਗਨੀਸ਼ੀਅਮ ਆਇਨਸ। The overall reaction 6 glucose 6 phosphate molecules are converted into glucose 5 glucose 6 phosphate molecules along with 12 NADP NADP are reduced to NADPH along with the removal of 6 carbon dioxide molecules. So you have अपने को बनया glycerol aldehyde 3 phosphate and pseudoheptulose 7 phosphate, right? So this is overall reaction जिथे की सी राइबोलोज 5 phosphate ਨੂੰ ਕਨਵਰਟ ਕੀਤਾ ਐਪੀਮਰੇਜ਼ ਨੇ ਕਾਹਦੇ 'ਚ ਜ਼ਾਈਲੋਲੋਜ਼ 5 phosphate। ਠੀਕ ਹੈ ਜੀ। ਐਂਡ ਰਾਈਬੋਲੋਜ਼ 5 phosphate ਮੀਨ ਵਾਈਲ ਕਾਹਦੇ 'ਚ ਟਰਾਂਸਕੀਟੋਲੇਜ਼ ਨੇ ਕਾਹਦੇ 'ਚ ਇਨਵਰਟ ਕੀਤਾ enzyme was keto isomerase ਨੇ ਕਾਹਦੇ 'ਚ ਕਨਵਰਟ ਕੀਤਾ ਰਾਈਬੋਜ਼ 5 phosphate। ਇਹਨਾਂ ਦੋਨਾਂ ਦੇ ਟਰਾਂਸਕੀਟੋਲੇਜ਼ ਨੇ ਇਹਨੂੰ ਕਾਹਦੇ 'ਚ ਕਨਵਰਟ ਕਰਤਾ ਸੀਡੋਹੈਪਟੂਲੋਜ਼ 7 phosphate ਤੇ ਗਲਿਸਰਲ ਐਲਡੀਹਾਈਡ 3 phosphate। ਐਂਡ ਦੇਖੋ 7 3 10 ਕਾਰਬਨ ਕੰਪਾਊਂਡ ਹੈ ਐਂਡ 10 ਕਾਰਬਨ ਕੰਪਾਊਂਡ ਨੂੰ ਫਰਦਰ ਕਾਹਦੇ 'ਚ ਕਨਵਰਟ ਕੀਤਾ ਗਿਆ ਐਰੀਥਰੋਜ਼ 4 phosphate ਤੇ ਫਰਕਟੋਜ਼ 6 phosphate। ਇੱਕ 4 ਕਾਰਬਨ ਕੰਪਾਊਂਡ ਹੈ, ਇੱਕ 6 ਕਾਰਬਨ ਕੰਪਾਊਂਡ ਹੈ। ਇਹ 4 ਕਾਰਬਨ ਕੰਪਾਊਂਡ ਇਹ 5 ਟੋਟਲ 9 ਕਾਰਬਨਸ ਹੋ ਗਏ ਤਾਂ ਇਹ ਕਾਹਦੇ 'ਚ ਕਨਵਰਟ ਹੋ ਜਾਂਦੇ ਆ ਫਰਕਟੋਜ਼ 6 phosphate ਪਲੱਸ ਗਲਿਸਰਲ ਐਲਡੀਹਾਈਡ 3 phosphate। ਗਲਿਸਰਲ ਐਲਡੀਹਾਈਡ 3 phosphate ਦੇ 2 ਮੋਲੀਕਿਊਲਸ ਫਿਰ ਫਰਦਰ ਕਾਹਦੇ 'ਚ ਕਨਵਰਟ ਹੁੰਦੇ ਆ ਫਰਕਟੋਜ਼ 6 phosphate that can be changed to glucose 6 phosphate। So this marks the end of pentose phosphate pathway. Do go through it। कोई प्रॉब्लम्स हुई तो we'll discuss it।